ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਆਜ਼ਾਦੀ ਕਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪ੍ਰਮੰਨੇ ਅਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਆਜ਼ਾਦੀ ਗੁਲਾਟੀਏ, ਸੁਤੰਤਰਤਾ ਸੈਨਾਨੀ ਅਕੰਮਾ ਚੇਰੀਅਨ, ਰਾਸ਼ਟਰਵਾਦੀ ਮੋਹਨ ਧਾਰੀਆ ਅਤੇ ਸ਼ਿਆਮਾ ਚਰਨ ਸ਼ੁਕਲ ਬਾਰੇ ਜਾਣਕਾਰੀ ਦੇ ਰਹੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਸੁਤੰਤਰਤਾ ਸੈਨਾਨੀ ਅਕੰਮਾ ਚੇਰੀਅਨ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਦਾ ਜਨਮ 14 ਫਰਵਰੀ 1909 ਨੂੰ ਤਰਾਵਨਕੋਰ ਵਿੱਚ ਹੋਇਆ ਸੀ। ਪੇਸ਼ੇ ਤੋਂ ਉਹ ਅਧਿਆਪਿਕਾ ਸਨ, ਪਰ ਭਾਰਤ ਦੇ ਸੁਤੰਤਰਤਾ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਉਹਨਾਂ ਨੇ ਨੌਕਰੀ ਛੱਡ ਦਿੱਤੀ। ਗਾਂਧੀ ਜੀ ਨੇ ਉਹਨਾਂ ਨੂੰ ਤਰਾਵਨਕੋਰ ਕੀ ਝਾਂਸੀ ਕੀ ਰਾਣੀ ਦੀ ਉਪਾਧੀ ਦਿੱਤੀ ਸੀ। ਅਗਸਤ 1938 ਵਿੱਚ ਤਰਾਵਨਕੋਰ ਰਾਜ ਕਾਂਗਰਸ ਨੇ ਇੱਕ ਪ੍ਰਦਰਸ਼ਨ ਦਾ ਸੱਦਾ ਦਿੱਤਾ, ਜਿਸ ਨੂੰ ਤਰਾਵਨਕੋਰ ਦੇ ਦੀਵਾਨ ਨੇ ਦਬਾ ਦਿੱਤਾ। ਵੱਡੀ ਗਿਣਤੀ 'ਚ ਲੋਕ ਸਵਿਨੈ ਅਵਗਿਆ ਅੰਦੋਲਨ 'ਚ ਸ਼ਾਮਲ ਹੋਏ ਅਤੇ ਕਈ ਰਾਸ਼ਟਰਵਾਦੀ ਨੇਤਾਵਾਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਅਕੰਮਾ ਚੇਰੀਅਨ, ਜੋ ਉਸ ਵੇਲੇ ਸਿਰਫ 29 ਸਾਲਾਂ ਦੇ ਸਨ, ਇਸ ਔਖੇ ਸਮੇਂ ਵਿੱਚ ਇੱਕ ਸਾਹਸੀ ਲੀਡਰ ਦੇ ਰੂਪ ਵਿੱਚ ਉਭਰੇ। ਉਹਨਾਂ ਨੇ ਜੇਲ੍ਹ ਵਿੱਚ ਬੰਦ ਨੇਤਾਵਾਂ ਨੂੰ ਰਿਹਾ ਕਰਨ ਅਤੇ ਤਰਾਵਨਕੋਰ 'ਚ ਇੱਕ ਜ਼ਿੰਮੇਦਾਰ ਸਰਕਾਰ ਬਣਾਉਣ ਲਈ ਬ੍ਰਿਟਿਸ਼ ਸ਼ਾਸਨ ਤੇ ਦਬਾਅ ਬਣਾਉਣ ਲਈ ਇੱਕ ਵੱਡੀ ਰੈਲੀ ਦਾ ਆਯੋਜਨ ਕੀਤਾ। ਇਸ ਵਿੱਚ 20,000 ਤੋਂ ਵੱਧ ਲੋਕ ਸ਼ਾਮਲ ਹੋਏ। ਦੇਸ਼ ਭਰ ਦੇ ਲੋਕਾਂ ਨੇ ਅਕੰਮਾ ਚੇਰੀਅਨ ਦੀ ਬਹਾਦਰੀ ਦੀ ਸ਼ਲਾਘਾ ਕੀਤੀ। ਅਕੰਮਾ ਨੇ ਇੱਕ ਮਹਿਲਾ ਸਵੈ ਸੇਵੀ ਸੈਨਾ ਦਲ ਦੇਸ਼ ਸੇਵਿਕਾ ਸੰਘ ਦਾ ਆਯੋਜਨ ਕੀਤਾ। 24 ਦਸੰਬਰ 1939 ਨੂੰ ਉਹਨਾਂ ਨੇ ਤਰਾਵਨਕੋਰ ਰਾਜ ਕਾਂਗਰਸ ਦੇ ਸਾਲਾਨਾ ਸੰਮੇਲਨ ਵਿੱਚ ਭਾਗ ਲਿਆ, ਜਿਸ ਲਈ ਬ੍ਰਿਟਿਸ਼ ਸਰਕਾਰ ਨੇ ਉਹਨਾਂ ਨੂੰ 1 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ। ਰਿਹਾਈ ਤੋਂ ਬਾਅਦ ਉਹ ਤਰਾਵਨਕੋਰ ਕਾਂਗਰਸ ਦੇ ਪ੍ਰਧਾਨ ਚੁਣੇ ਗਏ। ਆਪਣੀ ਪ੍ਰਧਾਨਗੀ ਭਾਸ਼ਣ 'ਚ ਉਹਨਾਂ ਨੇ ਭਾਰਤ ਛੱਡੋ ਪ੍ਰਸਤਾਵ ਦਾ ਸਵਾਗਤ ਕੀਤਾ। ਅਕੰਮਾ ਨੂੰ ਅੰਗਰੇਜ਼ਾਂ ਵਿਰੁੱਧ ਪ੍ਰਦਰਸ਼ਨ ਕਰਨ ਲਈ ਕਈ ਵਾਰ ਗ੍ਰਿਫਤਾਰ ਕੀਤਾ ਗਿਆ, ਪਰ ਉਹ ਰੁਕੀ ਨਹੀਂ ਅਤੇ ਉਹਨਾਂ ਨੇ ਸੰਘਰਸ਼ ਜਾਰੀ ਰੱਖਿਆ। 1947 ਵਿੱਚ ਸੁਤੰਤਰਤਾ ਤੋਂ ਬਾਅਦ ਅਕੰਮਾ ਤਰਾਵਨਕੋਰ ਤੋਂ ਵਿਧਾਨ ਸਭਾ ਲਈ ਚੁਣੀ ਗਈ। 1967 ਵਿੱਚ ਅਕੰਮਾ ਨੇ ਸਰਗਰਮ ਰਾਜਨੀਤੀ ਛੱਡ ਦਿੱਤੀ। ਆਪਣੀ ਆਤਮ ਕਥਾ ਵਿੱਚ ਉਹਨਾਂ ਨੇ ਆਪਣੇ ਜੀਵਨ ਦਾ ਸਾਰ ਪੇਸ਼ ਕਰਦੇ ਹੋਏ ਲਿਖਿਆ, शेक्सपियर ने कहा है कि दुनिया एक मंच है और सभी पुरुष और महिलाएं केवल किरदार है, लेकिन मेरे लिए ये जीवन एक लंबा संघर्ष है। रूढ़िवादी व्यवस्था, सामाजिक अन्याय, स्त्री पुरुष भेदभाव के खिलाफ। ਅਕੰਮਾ ਚੇਰੀਅਨ ਨੇ 5 ਮਈ 1982 ਨੂੰ ਆਪਣੇ ਦੇਹਾਂਤ ਤੱਕ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਜਾਰੀ ਰੱਖਿਆ। ਅਸੀਂ ਇਸ ਮਹਾਨ ਸੁਤੰਤਰਤਾ ਸੈਨਾਨੀ ਨੂੰ ਨਮਨ ਕਰਦੇ ਹਾਂ। जगातील शास्त्रज्ञ आणि काही भारतीय शास्त्रज्ञ असं म्हणत असतात की या 21व्या शतकामध्ये अन्नधान्य आणि पाण्याची टंचाई यांची तीव्रता या देशाला जाणवेल आणि या शतकाच्या अखेरीला कित्येक लोक भूक बळी पडलेले असतील, पडत राहतील आणि पाण्याच्या शिवाय माणसं तडफडतील। ਅਸੀਂ ਰਾਸ਼ਟਰਵਾਦੀ ਮੋਹਨ ਧਾਰੀਆ ਨੂੰ ਵੀ ਅੱਜ ਯਾਦ ਕਰਦੇ ਹਾਂ, ਜਿਨ੍ਹਾਂ ਦਾ ਜਨਮ 14 ਫਰਵਰੀ 1925 ਨੂੰ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿੱਚ ਹੋਇਆ ਸੀ। ਧਾਰੀਆ 16 ਸਾਲ ਦੀ ਛੋਟੀ ਜਿਹੀ ਉਮਰ ਵਿੱਚ ਹੀ ਸੁਤੰਤਰਤਾ ਸੰਗਰਾਮ ਵਿੱਚ ਸ਼ਾਮਲ ਹੋ ਗਏ ਸਨ। 1942 ਵਿੱਚ ਮੋਹਨ ਧਾਰੀਆ ਅਤੇ ਉਹਨਾਂ ਦੇ ਸਾਥੀਆਂ ਨੇ ਹਥਿਆਰਬੰਦ ਹਮਲੇ ਨਾਲ ਰਾਏਗੜ੍ਹ ਦੇ ਮਹਾੜ ਦੀ ਤਹਿਸੀਲ ਕਚਹਿਰੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਛਾਪੇਮਾਰੀ ਦੌਰਾਨ ਇੱਕ ਸਰਕਾਰੀ ਅਧਿਕਾਰੀ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਤੁਰੰਤ ਬਾਅਦ ਮੋਹਨ ਧਾਰੀਆ ਅੰਡਰਗਰਾਉਂਡ ਹੋ ਗਏ, ਪਰ ਆਖਿਰਕਾਰ ਪੁਲਿਸ ਨੇ ਉਹਨਾਂ ਨੂੰ ਫੜ ਲਿਆ ਅਤੇ ਜੇਲ੍ਹ 'ਚ ਭੇਜ ਦਿੱਤਾ। ਸਜ਼ਾ ਪੂਰੀ ਕਰਨ ਤੋਂ ਬਾਅਦ ਉਹਨਾਂ ਨੇ ਜੰਜੀਰਾ ਰਿਆਸਤ ਨੂੰ ਸਿੱਡੀ ਸ਼ਾਸਕਾਂ ਤੋਂ ਮੁਕਤ ਕਰਾਉਣ ਲਈ ਲੋਕ ਸੈਨਾ ਸੰਗਠਨ ਦੀ ਸਥਾਪਨਾ ਕੀਤੀ। ਆਜ਼ਾਦੀ ਤੋਂ ਬਾਅਦ ਮੋਹਨ ਧਾਰੀਆ ਰਾਜਨੀਤੀ ਵਿੱਚ ਸ਼ਾਮਲ ਹੋ ਗਏ ਅਤੇ ਕਈ ਵਾਰ ਸੰਸਦ ਲਈ ਚੁਣੇ ਗਏ। ਉਹ ਸਮਾਜਿਕ ਕੰਮਾਂ ਨਾਲ ਵੀ ਜੁੜੇ ਰਹੇ। ਅਸੀਂ ਇਸ ਮਹਾਨ ਸੁਤੰਤਰਤਾ ਸੈਨਾਨੀ ਨੂੰ ਨਮਨ ਕਰਦੇ ਹਾਂ। ਅਸੀਂ ਰਾਸ਼ਟਰਵਾਦੀ ਸ਼ਿਆਮਾ ਚਰਨ ਸ਼ੁਕਲ ਨੂੰ ਵੀ ਯਾਦ ਕਰਦੇ ਹਾਂ, ਜਿਨ੍ਹਾਂ ਦਾ ਦੇਹਾਂਤ 14 ਫਰਵਰੀ 2007 ਨੂੰ ਹੋਇਆ ਸੀ। ਸ਼ਿਆਮਾ ਚਰਨ ਸੁਤੰਤਰਤਾ ਅੰਦੋਲਨ ਤੋਂ ਪ੍ਰੇਰਿਤ ਸਨ ਅਤੇ ਉਹਨਾਂ ਨੇ 1942 ਵਿੱਚ ਭਾਰਤ ਛੱਡੋ ਅੰਦੋਲਨ 'ਚ ਹਿੱਸਾ ਲਿਆ।
ਆਜ਼ਾਦੀ ਤੋਂ ਬਾਅਦ ਸ਼ਿਆਮਾ ਚਰਨ ਰਾਜਨੀਤੀ ਵਿੱਚ ਆ ਗਏ। ਉਹਨਾਂ ਨੇ 1967 ਵਿੱਚ ਸੂਬੇ ਦੇ ਸਿੰਚਾਈ ਮੰਤਰੀ ਅਤੇ 1969, 1975 ਅਤੇ 1999 ਵਿੱਚ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ। ਅਸੀਂ ਇਸ ਮਹਾਨ ਰਾਸ਼ਟਰਵਾਦੀ ਨੂੰ ਸਲਾਮ ਕਰਦੇ ਹਾਂ।